ਹੈਲੋ ਸਟੂਡੈਂਟਸ। ਸੋ ਬੱਚੇ ਆਪਾਂ ਲਾਸਟ ਵੀਡੀਓ ਲੈਕਚਰ ਦੇ ਵਿੱਚ ਲਾਸਟ ਟਾਈਮ ਅਸੀਂ ਪ੍ਰਾਇਮਰੀ ਸੈਲਸ ਇਲੈਕਟ੍ਰੋਲਾਈਸਿਸ ਮੈਥਡਸ ਬਾਰੇ ਪੜ੍ਹਿਆ ਸੀ। ਸੋ ਬੱਚੇ ਅੱਜ ਆਪਾਂ ਗੱਲ ਕਰਾਂਗੇ ਸੈਕੰਡਰੀ ਸੈਲਸ ਬਾਰੇ, ਰਾਈਟ। ਸੋ ਬੱਚੇ ਐਜ਼ ਵੀ ਨੋ ਕਿ ਜਿਹੜੇ ਆਰਡੀਨਰੀ ਸੈਲਸ ਨੇ ਉਹ ਰੀਚਾਰਜੇਬਲ ਨਹੀਂ ਹੁੰਦੇ, ਉਹਨਾਂ ਨੂੰ ਇੱਕ ਵਾਰ ਯੂਜ਼ ਕਰਨ ਤੋਂ ਬਾਅਦ ਉਹਨਾਂ ਨੂੰ ਆਪਾਂ ਡਸਟਬਿਨ ਸੁੱਟ ਦਿੰਦੇ ਹਾਂ, ਰਾਈਟ। ਸੋ ਬੱਚੇ ਹੁਣ ਆਪਾਂ ਕੁਝ ਸੈਲਸ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਬੱਚੇ ਰੀਚਾਰਜ ਕੀਤਾ ਜਾ ਸਕਦਾ ਆ ਅਤੇ ਉਹਨੂੰ ਅਗੇਨ ਐਂਡ ਅਗੇਨ ਅਸੀਂ ਰੀਚਾਰਜ ਕਰਕੇ ਡੇਲੀ ਰੂਟੀਨ ਲਾਈਫ ਦੇ ਵਿੱਚ ਉਹਨੂੰ ਯੂਜ਼ ਕੀਤਾ ਜਾ ਸਕਦਾ ਆ, ਰਾਈਟ। ਸੋ ਬੱਚੇ ਉਹਦੇ ਵਿੱਚੋਂ ਹੀ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਜਿਹੜੀ ਮੋਸਟ ਪੋਪੂਲਰ ਐਗਜ਼ਾਮਪਲ ਹੈਗੀ ਹੈ ਦੈਟ ਇਜ਼ ਲੈਡ ਸਟੋਰੇਜ ਸੈੱਲ। ਸੋ ਲੈਡ ਸਟੋਰੇਜ ਸੈੱਲ ਬੱਚੇ ਸਾਡੇ ਕੋਲ ਜਿਹੜੀ ਹੈਗੀ ਆ ਉਹ ਆਟੋਮੋਬਾਈਲਸ ਦੇ ਵਿੱਚ ਜਿਵੇਂ ਕਾਰ ਹੋ ਗਈਆਂ, ਬੱਸਿਸ ਹੋ ਗਈਆਂ, ਟਰੱਕ ਹੋ ਗਈਆਂ ਔਰ ਸਾਡੇ ਘਰਾਂ ਦੇ ਵਿੱਚ ਵੀ ਯੂਜ਼ ਕੀਤੀ ਜਾਂਦੀ ਹੈ, ਰਾਈਟ। ਸੋ ਬੱਚੇ ਆਪਾਂ ਅੱਜ ਗੱਲ ਕਰਾਂਗੇ ਲੈਡ ਸਟੋਰੇਜ ਸੈੱਲ ਬਾਰੇ। ਸੋ ਲੈਡ ਸਟੋਰੇਜ ਸੈੱਲ ਵਿੱਚ ਬੱਚੇ ਬੇਸਿਕਲੀ ਸਾਡੇ ਕੋਲ ਬੱਚੇ ਹੈ ਕਿ ਸਾਡੇ ਕੋਲ ਬੱਚੇ ਅਸੀਂ ਉਹਦੇ ਵਿੱਚ ਐਨੋਡ ਜਿਹੜਾ ਹੈਗਾ ਵਾ, ਰਾਈਟ, ਉਹਨੂੰ ਅਸੀਂ ਦੇਖਾਂਗੇ। ਇਸ ਨੂੰ ਕਿਹਨੂੰ ਟੇਕ ਕੀਤਾ ਆ ਬੱਚੇ 'ਚ ਅਸੀਂ ਐਨੋਡ ਲੈਡ ਪੈਕਡ ਆ ਬੱਚੇ, ਫਾਈਨਲੀ ਡਿਵਾਈਡ ਸਪੌਂਜੀ ਲੈਡ ਆ, ਠੀਕ ਹੈ। ਕੈਥੋਡ ਜਿਹੜਾ ਆ ਬੱਚੇ ਇਜ਼ ਅ ਗ੍ਰਿਡ ਆਫ ਲੈਡ ਪੈਕਡ ਵਿਦ ਅ PbO2, ਰਾਈਟ। ਅਤੇ ਬੱਚੇ ਜਿਹੜਾ ਇਹਦੇ ਵਿੱਚ ਅਸੀਂ ਐਕਵਾ ਸੋਲਿਊਸ਼ਨ ਟੇਕ ਕੀਤਾ ਹੋਇਆ ਆ ਉਹ ਸਾਡੇ ਕੋਲ ਹੈਗਾ ਸਲਫਿਊਰਿਕ ਐਸਿਡ, ਰਾਈਟ। ਸੋ ਬੱਚੇ ਸਾਡੇ ਕੋਲ ਹੁਣ ਇਹਦੇ ਵਿੱਚ ਹੁੰਦਾ ਕੀ ਹੈ, ਇਹਦੀਆਂ ਰਿਐਕਸ਼ਨਸ ਕਿਵੇਂ ਹੋਣਗੀਆਂ ਅਸੀਂ ਉਹ ਦੇਖਾਂਗੇ। ਕਹਿੰਦਾ ਜਿਹੜਾ ਲੈਡ ਹੈਗਾ ਉਹ ਆਕਸੀਡਾਈਜ਼ ਹੋ ਜਾਊਗਾ Pb2 ਪੋਜ਼ੀਟਿਵ ਆਇਨ ਦੇ ਵਿੱਚ ਅਤੇ ਉਹ ਇਨਸੋਲਿਊਬਲ ਹੈਗੀ ਹੈ ਅਤੇ PbSO4 ਸਾਡੇ ਕੋਲ ਫਾਰਮ ਹੋ ਜਾਊਗਾ। ਉਸ ਤੋਂ ਬਾਅਦ ਬੱਚੇ ਕਹਿੰਦਾ ਕੈਥੋਡ 'ਤੇ ਕੀ ਹੋਊਗਾ, PbO2 ਜਿਹੜਾ ਆ ਉਹ ਰਿਡਿਊਸ ਹੋ ਜਾਊਗਾ Pb2 ਪੋਜ਼ੀਟਿਵ ਆਇਨ ਦੇ ਵਿੱਚ, ਉਹਦੇ ਵਿੱਚ ਵੀ PbSO4 ਫਾਰਮ ਹੋ ਜਾਊਗਾ। ਸੋ ਬੱਚੇ ਆਪਾਂ ਰਿਐਕਸ਼ਨਸ ਨੂੰ ਕਰਕੇ ਦੇਖਦੇ ਹਾਂ ਐਟ ਐਨੋਡ ਐਟ ਕੈਥੋਡ ਐਂਡ ਓਵਰਆਲ ਰਿਐਕਸ਼ਨ ਐਂਡ ਦੈਨ ਆਪਾਂ ਨੂੰ ਇਸ ਚੀਜ਼ ਬਾਰੇ ਕਾਫੀ ਸਮਝ ਆ ਜਾਏਗਾ, ਰਾਈਟ। ਸੋ ਬੱਚੇ ਹੁਣ ਦੇਖੋ ਬੱਚੇ ਐਨੋਡ 'ਤੇ ਕੀ ਹੋ ਰਿਹਾ ਕਿ ਜਿਹੜਾ ਲੈਡ ਹੈਗਾ ਸੋਲਿਡ ਸਟੇਟ ਦੇ ਵਿੱਚ ਉਹ ਆਪਣੇ ਆਪ ਨੂੰ ਲੈਡ ਲੈਡ 2 ਪੋਜ਼ੀਟਿਵ ਦੇ ਵਿੱਚ ਕਨਵਰਟ ਕਰਕੇ 2 ਇਲੈਕਟ੍ਰੋਨ ਰਿਮੂਵ ਕਰਨ ਤੋਂ ਬਾਅਦ ਬਣ ਜਾਂਦਾ ਆ। ਤਾਂ ਅੰਦਰ ਸਾਡੇ ਕੋਲ ਸਲਫਿਊਰਿਕ ਐਸਿਡ ਦੇ ਵਿੱਚ H2SO4 ਪਿਆ, ਜਿਹੜਾ SO4 ਨੈਗੇਟਿਵ ਹੈਗੇ ਆਇਨਸ ਉਹ Pb2 ਪੋਜ਼ੀਟਿਵ ਰਿਐਕਟ ਕਰਕੇ PbSO4 ਦੀ ਰਿਐਕਸ਼ਨ ਕਰਾਉਂਦੇ ਨੇ। ਅਤੇ ਜੇ ਅਸੀਂ ਓਵਰਆਲ ਰਿਐਕਸ਼ਨ ਦੇਖੀਏ ਤਾਂ ਇਹਦਾ ਮਤਲਬ Pb ਐਕਚੁਅਲ ਦੇ ਵਿੱਚ ਸਲਫੇਟ ਨੈਗੇਟਿਵ ਦੇ ਨਾਲ ਰਿਐਕਟ ਕਰਕੇ PbSO4 ਦੇ 2 ਇਲੈਕਟ੍ਰੋਨਸ ਨੂੰ ਕੀ ਕਰਦਾ, ਰਿਮੂਵ ਕਰਦਾ, ਕਿਉਂਕਿ ਆ Pb2 ਪੋਜ਼ੀਟਿਵ ਨਾਲ Pb2 ਪੋਜ਼ੀਟਿਵ ਕੱਟਿਆ ਗਿਆ। ਸੋ ਇਹ ਰਿਐਕਸ਼ਨ ਜਿਹੜੀ ਹੈ ਓਵਰਆਲ ਸਾਡੇ ਕੋਲ ਐਨੋਡ 'ਤੇ ਹੋ ਰਹੀ ਆ। ਉਸੇ ਤਰੀਕੇ ਨਾਲ ਬੱਚੇ ਕੈਥੋਡ 'ਤੇ ਜਿਹੜੀ ਰਿਐਕਸ਼ਨ ਹੋ ਰਹੀ ਆ ਉਹ PbO2 ਜਿਹੜਾ ਆ ਹੁਣ ਉਹਦੇ ਵੀ ਸਾਡੇ ਕੋਲ ਜਿਹੜਾ H2SO4 ਸੀਗਾ ਉਹਦੇ ਵਿੱਚ ਸਾਡੇ ਕੋਲ H ਪੋਜ਼ੀਟਿਵ ਆਇਨ ਵੀ ਪਏ ਨੇ। ਉਹ H ਪੋਜ਼ੀਟਿਵ ਆਇਨ 2 ਇਲੈਕਟ੍ਰੋਨ ਨੂੰ ਗੇਨ ਕਰਨ ਤੋਂ ਬਾਅਦ ਸਾਡੇ ਕੋਲ Pb2 ਪੋਜ਼ੀਟਿਵ 2H2 ਦੇ ਵਿੱਚ ਕਨਵਰਟ ਹੋ ਜਾਂਦੇ ਨੇ ਅਤੇ Pb2 ਪੋਜ਼ੀਟਿਵ ਜਿਹੜਾ ਹੈ ਬੱਚੇ ਸਲਫੇਟ 2 ਨੈਗੇਟਿਵ ਆਇਨਸ ਜਿਹੜੇ ਪਏ ਨੇ ਉਹਨਾਂ ਨਾਲ ਰਿਐਕਟ ਕਰਨ ਤੋਂ ਬਾਅਦ ਸਾਡੇ ਕੋਲ PbSO4 ਬਣ ਜਾਂਦਾ। ਸੋ ਓਵਰਆਲ ਹੁੰਦਾ ਕੀ ਆ ਕਿ ਸਾਡੇ ਕੋਲ ਜਦੋਂ PbO2 ਜਿਹੜਾ ਸਾਡੇ ਕੋਲ ਅੰਦਰ ਪਿਆ ਆ ਕੈਥੋਡ ਦਾ ਕੰਮ ਕਰ ਰਿਹਾ ਆ ਉਹ H ਪੋਜ਼ੀਟਿਵ ਆਇਨ ਜਿਹੜੇ ਸਲਫਿਊਰਿਕ ਐਸਿਡ ਤੋਂ ਆਏ ਇਨ ਦਾ ਪ੍ਰੈਜ਼ੈਂਸ ਆਫ ਸਲਫੇਟ ਨੈਗੇਟਿਵ ਤੇ ਉਹ 2 ਇਲੈਕਟ੍ਰੋਨ ਗੇਨ ਕਰਨ ਤੋਂ ਬਾਅਦ PbSO4 ਤੇ 2H2O ਮੋਲੀਕਿਊਲਸ ਜਿਹੜੇ ਨੇ ਫਾਰਮ ਕਰ ਦਿੰਦਾ। ਸੋ ਇਹ ਓਵਰਆਲ ਰਿਐਕਸ਼ਨ ਬੱਚੇ ਕਿੱਥੇ ਹੋ ਰਹੀ ਹੈ, ਕੈਥੋਡ ਦੇ ਉੱਪਰ ਹੋ ਰਹੀ ਆ। ਸੋ ਬੱਚੇ ਐਟ ਐਨੋਡ ਐਟ ਕੈਥੋਡ ਅਸੀਂ ਕੀਤਾ ਓਵਰਆਲ ਰਿਐਕਸ਼ਨ ਸਾਡੇ ਕੋਲ ਜਿਹੜੀ ਬਣੀ ਦੈਟ ਇਜ਼ PbS ਪਲਸ PbO2 2H2SO4, ਠੀਕ ਹੈ ਜੀ। 2H2SO4 ਕਿਵੇਂ ਬਣਿਆ, ਦੈਟ ਇਜ਼ H ਪੋਜ਼ੀਟਿਵ ਐਂਡ ਸਲਫੇਟ 2 ਨੈਗੇਟਿਵ, ਰਾਈਟ। ਇਹ 2 ਸਲਫੇਟ ਹੋ ਗਏ, ਆਹ ਹੋ ਗਿਆ ਸਾਡੇ ਕੋਲ ਉਹ ਕੀ ਬਣ ਗਿਆ 2H2SO4 ਬਣ ਗਿਆ। ਉਸ ਤੋਂ ਬਾਅਦ PbSO4 2 ਬਣ ਗਏ 2H2O ਬਣ ਗਿਆ ਬੱਚੇ। ਸੋ ਇਸ ਤਰੀਕੇ ਨਾਲ ਸਾਡੇ ਕੋਲ ਇਹਦੀ ਵਰਕਿੰਗ ਹੁੰਦੀ ਹੈ ਲੈਡ ਸਟੋਰੇਜ ਸੈੱਲ ਦੀ, ਰਾਈਟ। ਸੋ ਬੱਚੇ ਲੈਡ ਸਟੋਰੇਜ ਸੈੱਲ ਦੀ ਹੁਣ ਬੱਚੇ ਜਿਹੜਾ ਲੈਡ ਸਟੋਰੇਜ ਸੈੱਲ ਹੈਗਾ ਆ ਉਹ ਸਾਡੇ ਕੋਲ ਅਸੀਂ ਉਹਨੂੰ ਰੀਚਾਰਜ ਵੀ ਕਰ ਸਕਦੇ ਹਾਂ। ਉਹਨੂੰ ਰੀਚਾਰਜ ਕਰਨ ਦਾ ਮੈਥਡ ਕੀ ਹੈ, ਬਿਲਕੁਲ ਹੀ ਬੱਚੇ ਦਾ ਰਿਵਰਸ ਆਰਡਰ ਅਸੀਂ ਕਹਿ ਸਕਦੇ ਹਾਂ, ਠੀਕ ਹੈ ਜੀ। ਬਿਲਕੁਲ ਹੀ ਇਹਦਾ ਅਸੀਂ ਰਿਵਰਸ ਆਰਡਰ ਕਹਿ ਸਕਦੇ ਹਾਂ। ਜਿਵੇਂ ਐਟ ਐਨੋਡ ਦੀ ਗੱਲ ਕਰੀਏ ਕਹਿੰਦਾ ਸੋ ਪਹਿਲਾਂ ਕਹਿੰਦੇ ਆਪਾਂ ਦੇਖਦੇ ਹਾਂ ਤਾਂ ਦ ਸੈੱਲ can be recharged by passing electric current of a suitable voltage in the opposite direction। opposite direction 'ਚ ਬੱਚੇ ਆਪਾਂ ਕਰਾਂਗੇ ਸਭ ਕੁਝ ਰਿਵਰਸ ਹੋਊਗਾ ਬੱਚੇ ਦੇ ਵਿੱਚ। ਸੋ ਬੱਚੇ ਉਸ ਤਰੀਕੇ ਨਾਲ ਕੀ ਹੋਊਗਾ ਸਾਡੇ ਕੋਲ ਇਹ ਜਿਹੜਾ ਸੈੱਲ ਹੋਊਗਾ ਲੈਡ ਸਟੋਰੇਜ ਇਹ ਸਾਡੇ ਕੋਲ ਰੀਚਾਰਜ ਹੋ ਜਾਏਗਾ, ਰਾਈਟ। ਸੋ ਬੱਚੇ ਹੁੰਦਾ ਕੀ ਹੈ ਐਟ ਐਨੋਡ 'ਤੇ ਕਹਿੰਦਾ PbSO4 ਦੇ ਵਿੱਚ ਅਸੀਂ H2O ਦੇਖਿਆ, ਐਟ ਐਨੋਡ 'ਤੇ ਸਾਡੇ ਕੋਲ PbO2 H ਪੋਜ਼ੀਟਿਵ ਸਲਫੇਟ 2 ਨੈਗੇਟਿਵ ਇਹ ਆਇਨਸ 2 ਇਲੈਕਟ੍ਰੋਨ ਰਿਮੂਵ ਕਰਨ ਤੋਂ ਬਾਅਦ ਬਣ ਜਾਂਦੇ ਨੇ। ਅਤੇ ਕੈਥੋਡ 'ਤੇ ਬੱਚੇ ਉਹੀ 2 ਇਲੈਕਟ੍ਰੋਨਸ ਜਿਹੜੇ ਨੇ ਉਹ ਲੈ ਕੇ ਸਾਡੇ ਕੋਲ Pb ਤੇ ਸਲਫੇਟ 2 ਨੈਗੇਟਿਵ ਵਿੱਚ ਬਣ ਜਾਊਗਾ। ਓਵਰਆਲ ਰਿਐਕਸ਼ਨ ਦੇਖੀਏ ਤਾਂ ਤੁਸੀਂ ਦੇਖੋਗੇ ਕਿ ਬਿਲਕੁਲ ਹੀ ਇਹਦਾ ਬਿਲਕੁਲ ਆਪੋਜ਼ਿਟ ਹੈ, ਠੀਕ ਹੈ ਜੀ। ਮਤਲਬ ਇਹ ਰਿਐਕਸ਼ਨਸ ਤੁਹਾਨੂੰ ਆਰਾਮ ਨਾਲ ਬੱਚੇ ਸਮਝ ਆ ਜਾਣਗੀਆਂ, ਠੀਕ ਹੈ ਜੀ। ਕਹਿੰਦਾ ਸੋ ਸੱਚ ਐਨ ਆਪਰੇਸ਼ਨ ਇਜ਼ ਪੋਸੀਬਲ ਬਿਕੋਜ਼ ਦ PbSO4 formed during discharge is a solid and sticks to the electrode, so therefore it can either take or give up electrons during electrolysis, so the overall reaction is exactly opposite to the normal cell reaction। so overall ਜਿਹੜੇ ਬੱਚੇ ਹੈਗੇ ਰਿਐਕਸ਼ਨ ਉਹ ਸਾਡੇ ਕੋਲ ਨਾਰਮਲ ਸੈਲ ਰਿਐਕਸ਼ਨ ਦੇ ਬਿਲਕੁਲ ਹੀ ਕੀ ਹੈ ਆਪੋਜ਼ਿਟ
ਕੰਪੋਜ਼ਿਟ ਆ ਰਾਈਟ। ਸੋ ਦਿਸ ਸ਼ੋਜ਼ ਦੈਟ ਕਹਿੰਦਾ ਜਿਹੜਾ H2SO4 ਆ ਰੀਜਨਰੇਟ ਕਰਦਾ ਆ ਤੇ ਡੈਂਸਿਟੀ ਇੰਕਰੀਜ਼ ਹੁੰਦੀ ਹੈ ਤਾਂ ਸਾਡੇ ਕੋਲ ਸੈੱਲ ਪੋਟੈਂਸ਼ੀਅਲ ਵੱਧਦਾ ਆ ਤੇ ਸੈੱਲ ਜਿਹੜਾ ਆ ਉਹ ਸਾਡੇ ਕੋਲ ਰੀਚਾਰਜ ਹੋ ਜਾਂਦਾ ਆ ਬੱਚੇ, ਠੀਕ ਹੈ ਜੀ। ਸੋ ਸਾਨੂੰ ਇਹਦੇ ਲੈਟ ਸਟੋਰੇਜ ਬੈਸ ਦੀ ਰੀਚਾਰਜਿੰਗ ਬਾਰੇ ਵੀ ਪਤਾ ਲੱਗ ਜਾਂਦਾ ਹੈ। ਨੈਕਸਟ ਹੈਗਾ ਬੱਚੇ ਨਿਕਲ ਕੈਡਮੀਅਮ ਸੈੱਲ। ਨਿਕਲ ਕੈਡਮੀਅਮ ਸੈੱਲ ਦੇ ਵਿੱਚ ਬੱਚੇ ਸਾਡੇ ਕੋਲ ਇਹ ਵੀ ਰੀਚਾਰਜੇਬਲ ਸੈੱਲ ਆ, ਇਹ ਵੀ ਕਾਫੀ ਲੌਂਗ ਲਾਈਫ ਹੈਗੀ ਆ ਤੇ ਇਹ ਐਕਸਪੈਂਸਿਵ ਹੁੰਦਾ ਆ ਉਹਦੇ ਨਾਲੋਂ ਲੈਡ ਸਟੋਰੇਜ ਬੈਟਰੀ ਨਾਲੋਂ। ਸੋ ਇਹਦੇ ਵਿੱਚ ਬੱਚੇ ਐਨੋਡ ਤੇ ਕੈਥੋਡ ਦਾ ਕੰਮ ਕੌਣ ਕਰ ਰਿਹਾ ਬੱਚੇ, ਇਹਦੇ ਵਿੱਚ ਜਿਹੜਾ ਐਨੋਡ ਹੈਗਾ ਆ ਨਿਕਲ ਕੈਡਮੀਅਮ ਦੇ ਵਿੱਚ NiO2 ਆ, ਕੈਡਮੀਅਮ ਬੱਚੇ ਐਨੋਡ ਦਾ ਕੰਮ ਕਰ ਰਿਹਾ ਤੇ NiO2 ਸਾਡੇ ਕੋਲ ਜਿਹੜਾ ਹੈਗਾ ਆ ਉਹ ਕੈਥੋਡ ਦਾ ਕੰਮ ਕਰ ਰਿਹਾ। ਸੋ ਐਨੋਡ ਤੇ ਬੱਚੇ ਸਾਡੇ ਕੋਲ ਕੀ ਹੁੰਦਾ ਵਾ, ਜਿਹੜੇ ਇਹਦੇ ਵਿੱਚ ਇਲੈਕਟ੍ਰੋਲਾਈਟ KOH ਯੂਜ਼ ਕੀਤਾ ਹੋਇਆ ਉਹਦਾ OH ਨੈਗੇਟਿਵ ਆਇਨ ਇਹਦੇ ਵਿੱਚ ਆ ਕੇ ਹੈਲਪ ਕਰਦਾ, ਐਸੇ ਵਿੱਚ ਡਿਸਚਾਰਜ ਹੁੰਦਾ ਸਾਡੇ ਕੋਲ। ਉਸ ਤੋਂ ਬਾਅਦ 2 ਇਲੈਕਟ੍ਰੋਨ ਰਿਮੂਵ ਹੋ ਜਾਂਦੇ ਆ ਤੇ ਇਹ CdO+H2O ਦੇ ਵਿੱਚ ਰਿਮੂਵ ਨਿਕਲ ਜਾਂਦਾ ਰਾਈਟ। ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਨਿਕਲ ਆਕਸਾਈਡ ਹੈਗਾ ਆ ਉਹੀ 2 ਇਲੈਕਟ੍ਰੋਨਸ ਨੂੰ ਲੈ ਕੇ NiOH2+2OH ਨੈਗੇਟਿਵ ਦੇ ਵਿੱਚ ਕੀ ਹੋ ਜਾਂਦਾ ਵਾ, ਕਨਵਰਟ ਹੋ ਜਾਂਦਾ ਆ। ਸੋ ਬੱਚੇ ਇਹ ਸਾਡੇ ਕੋਲ ਓਵਰਆਲ ਰਿਐਕਸ਼ਨ ਤੁਹਾਨੂੰ ਪਤਾ ਹੀ ਹੈ, ਇਸ ਇਲੈਕਟ੍ਰੋਨ ਨਾਲ ਇਲੈਕਟ੍ਰੋਨਸ ਕੈਂਸਲ ਹੋਣ ਤੋਂ ਬਾਅਦ ਓਵਰਆਲ ਰਿਐਕਸ਼ਨ ਜੋ ਬਚੀ ਅਸੀਂ ਲਿਖ ਦੇਵਾਂਗੇ। ਸੋ ਬੱਚੇ ਇਹਦੇ ਵਿੱਚ ਕੀ ਹੁੰਦਾ ਹੈ, देयर इज अ रिएक्शन, देयर इज नो फॉर्मेशन ऑफ गैशियस प्रोडक्ट, कोई भी गैशियस प्रोडक्ट नहीं बनता। सो रिएक्शन प्रोडक्ट जनरली रिमेन स्टिकिंग टू द इलैक्ट्रोड एंड कैन बी रीकनवर्टेड बाय, मतलब ਜਿਹੜੇ ਇਹਦੇ ਵਿੱਚ ਗੈशियस ਨਾ ਹੋਣ ਕਰਕੇ ਜੋ ਪ੍ਰੋਡਕਟ ਬਣਦੇ ਨੇ ਉਹ ਸਾਡੇ ਕੋਲ ਬੱਚਿਆਂ ਨੂੰ ਰੀਕਨਵਰਟ ਕਰਦੇ ਆ ਤੇ ਅਸੀਂ ਉਹਦੇ ਹੈਲਪ ਦੇ ਨਾਲ ਰੀਚਾਰਜ ਕਰ ਲੈਂਦੇ ਹਾਂ ਸੈੱਲ ਨੂੰ। ਸੋ ਦਾ ਚਾਰਜਿੰਗ ਪ੍ਰੋਸੈਸ ਇਜ਼ ਸਿਮਿਲਰ ਟੂ, ਜਿਹੜੀ ਇਹਦੀ ਚਾਰਜਿੰਗ ਪ੍ਰੋਸੈਸ ਹੈਗੀ ਆ ਉਹ ਲੈਡ ਸਟੋਰੇਜ ਬੈਟਰੀ ਨਾਲ ਕਾਫੀ ਰਿਜ਼ੈਂਬਲ ਕਰਦੀ ਆ। ਸੋ ਇਟ ਪ੍ਰੋਡਿਊਸਿਸ ਅ ਪੋਟੈਂਸ਼ੀਅਲ ਆਫ ਅਬਾਊਟ 1.4 ਵੋਲਟੇਜ। ਸੋ 1.4 ਵੋਲਟੇਜ ਦਾ ਪੋਟੈਂਸ਼ੀਅਲ ਵੀ ਇਹ ਕੀ ਕਰਦੀ ਹੈ, ਬਣਾਉਂਦੀ ਹੈ ਰਾਈਟ। ਸੋ ਬੱਚੇ ਇਸ ਤਰੀਕੇ ਨਾਲ ਸਾਡੇ ਕੋਲ ਨਿਕਲ ਕੈਡਮੀਅਮ ਸੈੱਲ ਜਿਹੜਾ ਹੈਗਾ ਸਟੋਰੇਜ ਸੈੱਲ ਇਹ ਕੀ ਕਰਦਾ ਆ, ਕੰਮ ਕਰਦਾ ਆ ਰਾਈਟ। ਸੋ ਬੱਚੇ ਆ ਸਾਡੇ ਕੋਲ ਚਾਰੋਂ ਸੈੱਲ ਰਿਐਕਸ਼ਨਸ ਆ, ਪ੍ਰਾਇਮਰੀ ਸੈਲਸ ਆ, ਸੈਕੰਡਰੀ ਸੈਲਸ, ਇਹਦੇ ਇੱਕ ਚਾਰਟ ਬਣਿਆ ਹੋਇਆ। ਸੋ ਤੁਹਾਨੂੰ PDF ਦੇ ਰੂਪ ਵਿੱਚ ਦੇ ਦਿੱਤਾ ਜਾਊਗਾ, ਤੁਸੀਂ ਇਹ ਚਾਰਟ ਨੂੰ ਧਿਆਨ ਦੇ ਨਾਲ ਦੇਖ ਲਿਓ, ਕਾਫੀ ਇਹ ਤੁਹਾਨੂੰ ਹੈਲਪਫੁਲ ਮਿਲੂਗਾ ਰਾਈਟ। ਸੋ ਬੱਚੇ ਇਹਦੇ ਵਿੱਚ ਸਾਡੇ ਕੋਲ ਡਰਾਈ ਸੈੱਲ, ਮਰਕਰੀ ਸੈੱਲ, ਲੈਡ ਸਟੋਰੇਜ ਸੈੱਲ, ਨਿਕਲ ਕੈਡਮੀਅਮ ਸੈੱਲ ਇਹਦੇ ਬਾਰੇ ਦਿੱਤਾ ਹੋਇਆ ਆ ਤੇ ਇਹਦੇ ਐਨੋਡ ਕੈਥੋਡ ਗਿਵਨ ਆ ਤੇ ਇਹਦੇ ਇਲੈਕਟ੍ਰੋਲਾਈਟਸ ਗਿਵਨ ਆ ਤੇ ਇਹਦੇ ਵਿੱਚ ਕਿਵੇਂ ਪੂਰੀਆਂ ਰਿਐਕਸ਼ਨਸ ਜਿਹੜੀਆਂ ਓਵਰਆਲ ਪ੍ਰੋਸੀਡ ਕਰਦੀਆਂ ਨੇ ਉਹਦੇ ਬਾਰੇ ਦਿੱਤਾ ਹੋਇਆ ਆ। ਸੋ ਬੱਚੇ ਇਹਨਾਂ ਦੀ ਜਿਹੜੀ ਸੈੱਲ ਰਿਐਕਸ਼ਨਸ ਨੇ, ਜਿਹੜੀ ਕੈਮੀਕਲ ਰਿਐਕਸ਼ਨਸ ਨੇ, ਇਹਨਾਂ ਨੂੰ ਲਰਨ ਕਰਨ ਦਾ ਮੈਥਡ ਕੀ ਹੈ ਕਿ ਤੁਹਾਨੂੰ ਕਾਫੀ ਜ਼ਿਆਦਾ ਕੀ ਕਰੋਗੇ, ਰਿਟਨ ਪ੍ਰੈਕਟਿਸ ਕਰਨੀ ਪਊਗੀ ਤੇ ਉਹ ਰਿਟਨ ਪ੍ਰੈਕਟਿਸ ਕਰਨ ਤੋਂ ਬਾਅਦ ਤੁਹਾਨੂੰ ਈਜ਼ੀਲੀ ਇਹ ਰਿਐਕਸ਼ਨਸ ਕੀ ਹੋ ਜਾਣਗੀਆਂ, ਆਰਾਮ ਨਾਲ ਸਮਝ ਆ ਜਾਣਗੀਆਂ। ਸੋ ਥੈਂਕ ਯੂ ਸੋ ਮਚ ਬੱਚੇ।